तो मैं सारे मेरे स्टूडेंट्स ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਅੱਜ ਦੀ ਜੋ ਟਾਕ ਹੈ ਵਾਟ ਏਵਰ ਦ ਟਾਕ ਆਈ ਐਮ ਗੋਇੰਗ ਟੂ ਟੈਲ ਯੂ ਗਾਇਜ਼ ਇਹ ਤੁਹਾਨੂੰ ਬੜੀ ਹੈਲਪ ਕਰੇਗੀ। ਹੈਲਪ ਵੀ ਕਾਹਦੇ 'ਚ ਕਰੇਗੀ ਕਿ ਪੇਪਰ ਦੇ ਵਿੱਚ 100% ਸ਼ੋਰ ਕਿਵੇਂ ਹੋਵਾਂਗੇ ਕਿ ਐਗਜ਼ਾਮ ਕਿਵੇਂ ਕਲੀਅਰ ਹੋਵੇ। ਕਰਵਾਵਾਂ ਕਲੀਅਰ, ਫਿਲ ਇਨ ਦਾ ਬਲੈਂਕ ਉਸ ਲੈਵਲ ਤੇ ਪੜਾਉਂਗਾ। ਬਾਅਦ ਚੋਂ ਤੁਸੀਂ ਦੱਸਿਓ, ਮੈਨੂੰ ਨਹੀਂ ਪਤਾ, ਮੈਂ ਆਪਣੇ ਵੱਲੋਂ ਬੈਸਟ ਦੇਵਾਂਗਾ ਆਪਣਾ। ਆਪਾਂ ਨੂੰ ਯਾਦ ਹੈ ਕਿ ਆਪਾਂ ਲਿਸਟ ਆਫ ਹੈਡਿੰਗ ਪੜ੍ਹੇ ਸੀਗੇ, ਪੈਰਾਗ੍ਰਾਫ ਏ ਪੜ੍ਹਿਆ ਸੀ, ਸ਼ਿਫਟ ਦਾ ਬਲੇਮ ਕਰਿਆ ਸੀ, ਬੀ 'ਚ ਉਹ ਦੱਸ ਰਹੀ ਸੀ ਵੀ ਕਿੰਨੀ ਐਨਰਜੀ ਚਾਹੀਦੀ ਹੈ, ਕਿਹਨੂੰ ਚਾਹੀਦੀ ਹੈ ਨਾ। ਸੀ ਦੇ ਵਿੱਚ ਉਹਨਾਂ ਨੇ ਪ੍ਰੂਫ ਦੇਤਾ ਸੀ ਟਰੁੱਥ ਦਾ, ਹੈ ਨਾ। ਡੀ ਦੇ ਵਿੱਚ ਆਪਣਾ ਇੱਕ ਉਹਨੇ ਨਵੀਂ ਚੀਜ਼ ਨਿਊ ਪਰਸਪੈਕਟਿਵ ਦੱਸ ਸੀ ਵੀ ਜੀਨਸ ਹੈਗਾ, ਜੀਨਸ ਕਰਕੇ ਆਉਂਦਾ ਹੈ। ਈ ਦੇ ਵਿੱਚ ਉਹਨਾਂ ਨੇ ਦੱਸਤਾ ਸੀਗਾ ਲੂਜ਼ ਵੇਟ, ਹਾਂ ਇਹਨੇ ਦੱਸਿਆ ਸੀ ਨਾ ਵੀ ਚੇਂਜ ਆਫ ਡਾਈਟ ਐਂਡ ਇਨਕਰੀਜ਼, ਉਹ ਕਹਿੰਦੀ ਵੀ ਆਪਣਾ ਲਾਈਫ ਸਟਾਈਲ ਚੇਂਜ ਕਰਿਆ ਜਾਵੇ। ਇਹ 'ਚ ਦੱਸਦੇ ਉਹਨੇ ਸਾਈਡ ਇਫੈਕਟ ਆਪਣਾ ਹਿਡਨ ਡੇਂਜਰਸ ਸੀਗੇ ਉਹ ਦੱਸਦੇ ਸੀਗੇ, ਤੇ ਲਾਸਟ ਤੇ ਆ ਮਾਊਸ ਸੀਗਾ ਰੋਡੈਂਟ ਦੀ ਟਾਕ ਹੋ ਗਈ ਸੀਗੀ। ਇਸ ਤੋਂ ਅਗਲੇ ਕੁਐਸਚਨ ਕੁਝ ਇਸ ਤਰੀਕੇ ਨਾਲ ਨੇ। ਕੁਐਸਚਨ ਕਿੰਨੇ ਨੇ 9 to 13, 9 ਤੋਂ ਲੈ ਕੇ 13 ਕੁਐਸਚਨ ਦੀ ਗੱਲ ਹੈ, 9 to 13। ਤੇ ਪੇਪਰ ਦੇ ਵਿੱਚ ਇੱਕ ਐਗਜ਼ਾਮਪਲ ਆਊਗੀ। ਐਗਜ਼ਾਮਪਲ ਵੀ ਕੀ ਹੈ, ਜਿਵੇਂ ਕਿ ਤੁਹਾਡੇ ਅੱਗੇ ਇਹ ਸ਼ੋ ਹੁੰਦੇ ਆ ਫਿਲ ਇਨ ਦਾ ਬਲੈਂਕ ਨੇ 9 10 11 12 13 ਕੁਛ ਇਸ ਤਰੀਕੇ ਨਾਲ ਦੀਆਂ, ਤੇ ਇਹਦੇ ਕੁਛ ਕੁ ਆਨਸਰ ਵੀ ਦਿੱਤੇ ਹੋਏ ਆ ਨੀਚੇ। ਕੁਛ ਕੁ ਆਪਾਂ ਨੂੰ ਸਿਨੋਨਿਮ 'ਚ ਮਿਲਣਗੇ, ਕੁਛ ਕੁ ਆਪਾਂ ਨੂੰ ਸੇਮ ਦੇ ਸੇਮ ਮਿਲਣਗੇ। ਮੈਂ ਸਾਰੇ ਸਟੂਡੈਂਟਸ ਨੂੰ ਇੱਕ ਗੱਲ ਬੜੇ ਕਲੀਅਰ ਤਰੀਕੇ ਨਾਲ ਦੱਸਣੀ ਚਾਹੁੰਦਾ ਕਿ ਜੇ ਕੋਈ ਬੱਚਾ ਚਾਹੁੰਦਾ ਹੈਗਾ ਕਿ ਸਰ ਸਾਡਾ ਪੇਪਰ ਕਲੀਅਰ ਕਰਵਾਓ, ਤਾਂ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਬਹੁਤ ਜ਼ਿਆਦਾ ਪੜ੍ਹਨ ਦੇ ਨਾਲ ਪੇਪਰ ਕਲੀਅਰ ਨਹੀਂ ਹੁੰਦਾ। ਬਹੁਤ ਜ਼ਿਆਦਾ ਪੜ੍ਹਨ ਦੇ ਨਾਲ ਪੇਪਰ ਕਲੀਅਰ ਨਹੀਂ ਹੁੰਦਾ। ਜੇ ਪੇਪਰ ਨੂੰ ਕਲੀਅਰ ਕਰਨਾ ਤੁਹਾਨੂੰ ਪਤਾ ਕੀ ਚੀਜ਼ ਚਾਹੀਦੀ ਹੈ, ਯੂ ਪੀਪਲ ਡੂ ਨੀਡ ਕਿ ਸਾਨੂੰ ਐਕੂਰੇਸੀ ਲਭਾ ਦਿਓ। ਐਕੂਰੇਸੀ ਮੈਂ ਲਭਾ ਵੀ ਦਿੰਦਾ। ਆਓ ਆਪਾਂ ਸ਼ੁਰੂ ਕਰਦੇ ਹਾਂ। ਜਿਵੇਂ ਕਿ ਫਸਟ ਕੁਐਸਚਨ ਦੇਖ ਰਹੇ ਆਪਾਂ, ਦੇਖੋ 9th ਕੁਐਸਚਨ ਆਪਣਾ ਫਸਟ ਹੈ, ਧਿਆਨ ਨਾਲ ਦੇਖੋ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਜਿਹੜਾ ਨੇ ਆਪਣੇ ਰੀਡਿੰਗ ਪਹਿਲਾਂ ਕਰੀ ਹੈ, ਕੱਲ ਲਿਸਟ ਆਫ ਹੈਡਿੰਗ ਕਰੇ ਨੇ, ਲਗਭਗ ਸਾਰੀਆਂ ਲੋਕੇਸ਼ਨ ਆਪਣੇ ਮਾਈਂਡ 'ਚ ਵੀ ਹੋਣਗੀਆਂ। ਤੇ ਦੂਜੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ, ਕਈ ਆਨਸਰ ਆਪਣੇ ਕੋਲੇ ਐਵੇਂ ਦੇ ਹੋਣਗੇ ਕਿ ਆਪਾਂ ਨੂੰ ਕੁਐਸਚਨ ਪੜ੍ਹਦੇ ਸਾਰ ਪਤਾ ਲੱਗ ਜਾਣਗੇ ਵੀ ਇਹਦਾ ਆਨਸਰ ਤਾਂ ਆ ਰਿਹਾ। ਦੇਖਦੇ ਹਾਂ ਕਿਹਨੂੰ ਪਤਾ ਲੱਗੂ ਕਿਹਨੂੰ ਨਹੀਂ ਲੱਗੂਗਾ। ਚਲੋ ਕਰਦੇ ਹਾਂ ਸ਼ੁਰੂ। ਤੇ ਕੁਐਸਚਨ ਹੈਗਾ, they do this by seeking to blame their dash for the fact they are overweight। ਉਹਨਾਂ ਨੇ ਆਪਦੀ ਇੱਕ ਚੀਜ਼ ਨੂੰ ਬਲੇਮ ਕਰਿਆ, ਆ ਚੀਜ਼ ਕਰਕੇ ਅਸੀਂ ਓਵਰਵੇਟ ਆ। ਕਿਸੇ ਨੂੰ ਕੁਝ ਯਾਦ ਆ ਰਿਹਾ ਕੁਝ, ਮਤਲਬ ਉਹਨਾਂ ਨੇ ਕਿਸੇ ਚੀਜ਼ ਨੂੰ ਬਲੇਮ ਕਰਿਆ ਕਿ ਇਹਦੇ ਕਰਕੇ ਅਸੀਂ ਓਵਰਵੇਟ ਆ। ਖੁਸ਼ਪ੍ਰੀਤ ਅਨਮਿਊਟ ਕਰਿਓ ਪੁੱਤ। ਪਾਸੇ ਹੋ ਜਾਓ, ਪਾਸੇ ਹੋ ਜਾਓ। ਯੈਸ ਹੈਲੋ, ਯੈਸ ਯੈਸ, ਵਾਟ ਡੂ ਯੂ ਥਿੰਕ? ਸੋ ਮੈਟਾਬੋਲਿਜ਼ਮ ਐਕੂਰੇਟ ਆਨਸਰ ਹੈ। ਤੁਸੀਂ ਇਹ ਦੇਖੋ ਕਿ ਤੁਸੀਂ ਲੋਕੇਸ਼ਨ ਤੇ ਵੀ ਨਹੀਂ ਗਏ, ਤੁਸੀਂ ਲੋਕੇਸ਼ਨ ਤੇ ਵੀ ਨਹੀਂ ਗਏ ਤੇ ਐਕੂਰੇਸੀ ਤੁਸੀਂ 100% ਸ਼ੋਰ ਲੈ ਕੇ ਆ ਗਏ। ਦਿਸ ਇਜ਼ ਕਾਲਡ ਦਾ ਰੀਜ਼ਨ ਕਿ ਆਪਾਂ ਲਿਸਟ ਆਫ ਹੈਡਿੰਗ ਨੂੰ ਪੜ੍ਹੇ ਦਾ ਆਪਣੇ ਕੋਲੇ ਫਾਇਦਾ ਕੀ ਹੁੰਦਾ ਹੈਗਾ, ਜਦੋਂ ਆਪਾਂ ਪ੍ਰੋਪਰਲੀ ਲਿਸਟ ਆਫ ਹੈਡਿੰਗ ਨੂੰ ਪੜ੍ਹ ਲੈਂਦੇ ਆ ਬਹੁਤ ਚੰਗੇ ਤਰੀਕੇ ਨਾਲ, ਤਾਂ ਆਪਾਂ ਨੂੰ ਇਹ ਕਲੀਅਰ ਹੋ ਜਾਂਦਾ ਹੈਗਾ ਕਿ ਆਪਾਂ ਕਰਨਾ ਕਿਵੇਂ ਹੈ। ਤਰੀਕੇ ਨਾਲ ਜੇ ਸਮਝਾਵਾਂ ਸਾਰੇ ਬੱਚਿਆਂ ਨੂੰ, ਮੈਟਾਬੋਲਿਜ਼ਮ ਕਲੀਅਰ ਆਨਸਰ, ਕਿਉਂਕਿ ਉਹਨਾਂ ਨੇ ਕਿਹਾ ਸੀ ਨਾ ਕਿ ਸਲੋ ਮੈਟਾਬੋਲਿਜ਼ਮ ਕਰਕੇ ਜੋ ਵੀ ਹੈ ਉਹਨਾਂ ਦਾ ਜਿਹੜਾ ਓਵਰਵੇਟ ਹੈ। ਤਾਂ ਐਕੂਰੇਟ ਆਨਸਰ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ। ਇੱਧਰ ਦੇਖੋ ਆਪਣੇ ਕੋਲੇ ਮੈਟਾਬੋਲਿਜ਼ਮ ਇੱਥੇ ਸੀਗਾ, ਤਾਂ 110% ਸ਼ੋਰ ਹੋ ਗਿਆ ਕਿ ਆਪਣਾ ਮੈਟਾਬੋਲਿਜ਼ਮ ਜਿਹੜਾ ਆਨਸਰ ਕਲੀਅਰ ਹੈ। ਇਜ਼ ਇਟ ਕਲੀਅਰ ਕਿ ਫਸਟ ਕੁਐਸਚਨ ਆਪਾਂ ਨੇ ਮੈਟਾਬੋਲਿਜ਼ਮ ਕਰ ਲਿਆ। ਤੁਸੀਂ ਇਹ ਦੇਖੋ ਕਿ ਮੈਟਾਬੋਲਿਜ਼ਮ ਨੂੰ ਕਰਨ ਦੇ ਲਈ ਆਪਾਂ ਨੂੰ ਲੋਕੇਸ਼ਨ ਤੇ ਵੀ ਨਹੀਂ ਜਾਣਾ ਪਿਆ, ਆਪਣੇ ਆਟੋਮੈਟਿਕਲੀ ਮਾਈਂਡ ਦੇ ਵਿੱਚ ਉਹ ਆਨਸਰ ਸੀਗਾ। ਦੈਟਸ ਕਾਲਡ ਫਸਟ। ਆਪਾਂ ਸੈਕਿੰਡ ਦੇਖਾਂਗੇ ਤੇ ਸੈਕਿੰਡ ਕੁਐਸਚਨ ਨਾ ਸਾਰੇ ਬੱਚੇ ਗਲਤ ਕਰਨਗੇ ਤੇ ਮੈਂ ਐਕੂਰੇਸੀ ਸਹੀ ਕਰਵਾ ਕੇ ਦਿਖਾਊਂਗਾ, ਮੇਰਾ ਪ੍ਰੋਮਿਸ ਹੈ। ਚਲੋ ਆਪਾਂ ਦੇਖਦੇ ਹਾਂ। ਠੀਕ ਹੈ ਭਾਜੀ, ਓਕੇ। ਮੁੜਤਾ 49 ਲੱਖ ਦੇ 48 ਲੱਖ 97,000। ਠੀਕ ਹੈ ਓਕੇ, बस मैं क्लास फिनिश करके एक गल दिमाग च रखियो। फर्स्ट क्वेश्चन हो गया, सारे नूं लग्या
कि सर सारे क्वेश्चन एवें हो जाएंगे, मेरे ते भरोसा रखो सारे क्वेश्चन एवें नहीं होंगे हैगे। ਆਪਾਂ ਸੈਕਿੰਡ ਕੁਐਸਚਨ ਦੇਖਦੇ ਹਾਂ ਤੇ ਇਹ ਲਗਭਗ ਸਾਰੇ ਬੱਚੇ ਗਲਤ ਕਰਨਗੇ। ਦੇਖਦੇ ਹਾਂ ਕੀ ਕੁਐਸਚਨ ਹੈ। ਕੁਐਸਚਨ ਕਹਿੰਦਾ ਬੱਚੇ ਉਰੇ ਤੱਕ ਆਪਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਬਲੇਮ ਕਰਿਆ ਕਿ ਉਹ ਓਵਰਵੇਟ ਨੇ ਕਿਉਂਕਿ ਉਹ ਕਹਿੰਦੇ ਵੀ ਉਹਨਾਂ ਦਾ ਮੈਟਾਬੋਲਿਜ਼ਮ ਹੈ ਜਿਹੜਾ ਉਹ ਸਲੋ ਹੈ ਹਨਾ, ਐਂਡ erroneously believe that they use dash energy then thin people to stay alive। ਉਹਨਾਂ ਨੇ ਕਿਹਾ ਕਿ ਅਸੀਂ ਡੈਸ਼ એનર્ਜੀ ਯੂਜ਼ ਕਰਦੇ ਆ ਥਿਨ ਪੀਪਲ ਤੋਂ। ਮਤਲਬ ਕੀ ਹੈ, ਉਹਨਾਂ ਨੇ ਜਿਹੜੇ ਮੋਟੇ ਲੋਕ ਨੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਡੈਸ਼ એનર્ਜੀ ਯੂਜ਼ ਕਰਦੇ ਆ। ਹੁਣ ਧਿਆਨ ਨਾਲ ਦੇਖੋ, ਐਲੀਮੀਨੇਸ਼ਨ ਕਰਵਾ ਕੇ ਦਿਖਾਉਣਾ। ਐਲੀਮੀਨੇਸ਼ਨ ਦਾ ਮਤਲਬ ਪਤਾ ਕੀ ਹੁੰਦਾ ਹੈ, ਧਿਆਨ ਨਾਲ ਦੇਖੋ, ਐਲੀਮੀਨੇਟ ਕਰਨ ਦਾ ਮਤਲਬ ਇਹ ਹੁੰਦਾ ਹੈਗਾ ਕਿ ਬਾਕੀ ਦੇ ਮੈਂ ਆਨਸਰ ਕੱਟਦਾ। ਮੈਂ ਕਰਕੇ ਦਿਖਾਵਾਂ ਤੁਹਾਨੂੰ ਕਿਵੇਂ ਕਹਿ ਰਿਹਾ ਮੈਂ ਤੁਹਾਨੂੰ। ਆਪਾਂ ਨੂੰ ਇਹ ਪਤਾ ਲੱਗਿਆ ਕਿ ਡੈਸ਼ એનર્ਜੀ ਦੀ ਗੱਲ ਕਰ ਰਹੇ ਨੇ ਉਹ। ਡੈਸ਼ એનર્ਜੀ ਦੀ ਗੱਲ ਮਤਲਬ ਕੀ ਹੈ, ਜਿਹੜੇ ਮੋਟੇ ਲੋਕ ਨੇ, ਓਵਰਵੇਟ ਲੋਕ ਨੇ, ਉਹ ਇਹ ਬਲੀਵ ਕਰਦੇ ਨੇ ਦੇ ਯੂਜ਼ ਡੈਸ਼ એનર્ਜੀ ਦੈਨ ਥਿਨ ਪੀਪਲ। ਮਤਲਬ ਕੀ ਹੈ, ਜਿਹੜੇ ਮੋਟੇ ਲੋਕ ਕਹਿੰਦੇ ਅਸੀਂ ਤਾਂ ਆ એનર્ਜੀ ਯੂਜ਼ ਕਰਦੇ ਆ ਪਤਲੇ ਲੋਕਾਂ ਨਾਲੋਂ ਅਸੀਂ ਆ એનર્ਜੀ ਯੂਜ਼ ਕਰਦੇ ਆ। ਆਪਣੇ ਕੋਲੇ ਉਧਰ ਨਾ ਪੁਆਇੰਟਸ ਨੇ, ਮੈਂ ਪੁਆਇੰਟਸ ਤੁਹਾਨੂੰ ਸ਼ੋ ਕਰਦਾ। ਲਾਈਕ ਆਪਣੇ ਕੋਲੇ ਆ ਪੁਆਇੰਟਸ ਨੇ, ਲੁੱਕ ਆਹੀ ਨੇ। ਹੁਣ ਧਿਆਨ ਨਾਲ ਦੇਖੋ, ਵੇਟ એનર્ਜੀ ਦਾ ਕੋਈ ਹੋ ਹੀ ਨਹੀਂ ਸਕਦਾ, ਮਾइंड એનર્ਜੀ ਵੀ ਨਹੀਂ ਹੋ ਸਕਦਾ, ਮੈਟਾਬੋਲਿਜ਼ਮ ਹੋ ਗਿਆ ਲੈਸ ਹੋ ਸਕਦਾ ਹੈ, ਬਿਹੇਵੀਅਰ એનર્ਜੀ ਨਹੀਂ ਹੋ ਸਕਦਾ, ਐਕਸਰਸਾਈਜ਼ એનર્ਜੀ, ਬੋਡੀਜ਼ એનર્ਜੀ ਮੋਰ ਹੋ ਸਕਦਾ ਹੈ, ਫਿਜ਼ੀਕਲ એનર્ਜੀ, ਯੂਜ਼ એનર્ਜੀ, ਸਲੀਪ, ਐਕਸਰਸਾਈਜ਼, ਜੈਨੇਟਿਕ, ਕੰਜ਼ਿਊਮ, ਮੈਂਟਲ, ਬਾਕੀ ਕੁਝ ਵੀ ਨਹੀਂ ਹੈਗਾ। ਜਾਂ ਲੈਸ એનર્ਜੀ ਹੈ ਜਾਂ ਮੋਰ એનર્ਜੀ ਹੈ। ਮਤਲਬ ਮੋਟੇ ਲੋਕ ਇਹ ਗੱਲ ਕਹਿੰਦੇ ਨੇ ਕਿ ਅਸੀਂ ਆ એનર્ਜੀ ਯੂਜ਼ ਕਰਦੇ ਆ ਪਤਲੇ ਲੋਕਾਂ ਨਾਲੋਂ। ਹੁਣ ਆਪਾਂ ਲੋਕੇਸ਼ਨ ਤੇ ਜਾਣ ਦੀ ਗੱਲ ਕਰੀਏ ਤਾਂ ਮੈਨੂੰ ਲੋਕੇਸ਼ਨ ਤੇ ਕਿਤੇ ਨਾ ਕਿਤੇ ਆਪਾਂ ਨੂੰ ਇੱਥੇ ਮਿਲੂਗਾ। ਧਿਆਨ ਨਾਲ ਦੇਖੋ, ਆਉਰੇ ਆਨਸਰ ਹੈ ਇਹਦਾ। ਬਹੁਤ ਲੋਕ, ਮੈਂ ਆਈ ਰਿਕੁਐਸਟ ਕਿ ਮੋਰ એનર્ਜੀ ਇਸ ਨੂੰ ਦੇਖ ਕੇ ਆਨਸਰ ਨਾ ਲਾ ਲਿਓ ਪਲੀਜ਼, ਇਹਨੂੰ ਦੇਖ ਕੇ ਆਨਸਰ ਨਾ ਲਾ ਲਿਓ, ਠੀਕ ਹੈ। ਮੈਂ ਇਹ ਸਮਝਾਉਣਾ, ਦੇਖੋ ਫੈਟ ਪੀਪਲ ਹੈਵ ਫਾਸਟਰ ਮੈਟਾਬੋਲਿਜ਼ਮ ਦੈਨ ਥਿਨ ਪੀਪਲ। ਜਿਹੜੇ ਮੋਟੇ ਲੋਕ ਨੇ ਉਹਨਾਂ ਕੋਲੇ ਕਿਹੜਾ ਫਾਸਟਰ ਮੈਟਾਬੋਲਿਜ਼ਮ ਹੈ ਥਿਨ ਲੋਕਾਂ ਨਾਲੋਂ। ਇਹ ਗੱਲ ਕਿਹਨੇ ਕਲੀਅਰ ਕਰੀ ਹੈ? ਡਾਕਟਰ ਜੈਬ ਨੇ। ਮਤਲਬ ਪਹਿਲਾਂ ਤਾਂ ਮੋਟੇ ਲੋਕ ਆਹੀ ਗੱਲ ਕਹੀ ਜਾਂਦੇ ਸੀ ਨਾ ਵੀ ਸਾਡਾ ਤਾਂ ਮੈਟਾਬੋਲਿਜ਼ਮ ਇਹ ਸਲੋ ਹੈਗਾ, ਅਸੀਂ ਤਾਂ ਮੋਟੇ ਆ, ਉਹਨਾਂ ਨੇ ਬਲੇਮ ਕਰਤਾ ਸੀਗਾ। ਪਰ ਡਾਕਟਰ ਨੇ ਇਹ ਕਲੀਅਰ ਕਰਤਾ ਵੀ ਮੋਟਿਓ ਤੁਹਾਡਾ ਮੈਟਾਬੋਲਿਜ਼ਮ ਤੇਜ਼ ਕੰਮ ਕਰਦਾ ਹੈ, ਹੌਲੀ ਨਹੀਂ ਕਰਦਾ। ਹੁਣ ਆਪਾਂ ਨੂੰ ਕੀ ਕੁਐਸਚਨ ਚਾਹੀਦਾ, ਆਨਸਰ ਕੀ ਚਾਹੀਦਾ ਵੀ ਮੋਟੇ ਲੋਕ ਕਿੰਨੀ એનર્ਜੀ ਲੈਂਦੇ ਨੇ, ਘੱਟ એનર્ਜੀ ਲੈਂਦੇ ਨੇ ਜਾਂ ਵੱਧ એનર્ਜੀ ਲੈਂਦੇ ਨੇ, ਹਨਾ ਪਤਲੇ ਲੋਕਾਂ ਨਾਲੋਂ। ਤਾਂ ਆਓ ਉਰੇ ਦੇਖੋ ਆਨਸਰ ਇਹਦੇ ਚ ਲੁਕਿਆ ਹੋਇਆ ਹੈ, ਮੈਂ ਦੱਸਦਾ ਨਾ। ਡਿਸਪਾਈਟ ਦਾ ਪਰਸਿਸਟੈਂਸ ਆਫ ਦਿਸ ਮੈਟਾਬੋਲਿਜ਼ਮ ਮਿਥ, ਇੱਕ ਮਿਥ ਚ ਲੁਕੇ ਹੋਈ ਸੀ। ਸਾਇੰਸ ਹੈਜ਼ ਨੋਨ ਫॉर ਸੈਵਲਰ ਈਅਰ ਦੈਟ ਦ ਐਗਜ਼ੈਕਟ ਆਪੋਜ਼ਿਟ ਇਜ਼ ਇਨ ਦਾ ਫੈਕਟ ਟਰੂ। ਮਤਲਬ ਜਿਹੜੀ ਚੀਜ਼ ਉਹ ਸੋਚਦੇ ਹੈ ਨਾ, ਜਿਹੜੀ ਚੀਜ਼ ਮੋਟੇ ਲੋਕ ਸੋਚਦੇ ਆ ਉਸ ਤੋਂ ਬਿਲਕੁਲ ਉਲਟ ਹੈ। ਮੋਟੇ ਲੋਕ ਤਾਂ ਇਹੀ ਸੋਚਦੇ ਸੀ ਨਾ ਵੀ ਸਾਡਾ ਮੈਟਾਬੋਲਿਜ਼ਮ ਸਲੋ ਹੈ, ਮੈਟਾਬੋਲਿਜ਼ਮ ਸਲੋ ਹੈਗਾ। ਉਸ ਤੋਂ ਐਕੂਰੇਟ ਗੱਲ ਕੀ ਹੋ ਗਈ, ਉਲਟ ਨਿਕਲ ਗਈ। ਉਹਨਾਂ ਦਾ ਮੈਟਾਬੋਲਿਜ਼ਮ ਤਾਂ ਸਗੋਂ ਤੇਜ਼ ਸੀਗਾ। ਉਹ ਕੀ ਕਹਿੰਦੇ ਹੁਣ એનર્ਜੀ ਕਿਹੜੀ ਯੂਜ਼ ਕਰਦੇ ਆ। ਹੁਣ ਆਉਰੇ ਆ ਗਿਆ, ਮੋਟੇ ਲੋਕ ਨੇ ਜਿਹੜੇ ਫੈਟ ਪੀਪਲ ਨੇ ਫਾਸਟਰ ਮੈਟਾਬੋਲਿਜ਼ਮ ਹੈ ਥਿਨ ਨਾਲੋਂ। ਓਵਰਵੇਟ ਪੀਪਲ ਐਕਚੁਅਲੀ ਬਰਨ ਆਫ ਮੋਰ એનર્ਜੀ। ਮਤਲਬ ਕੀ ਹੋ ਗਿਆ ਕਿ ਉਹ ਬਰਨ ਆਫ ਕਰਦੇ ਨੇ, ਬਹੁਤ ਜ਼ਿਆਦਾ એનર્ਜੀ ਨੂੰ ਬਰਨ ਆਫ ਕਰਦੇ ਨੇ। ਤਾਂ ਉਹਨਾਂ ਨੂੰ ਕਿੰਨੀ એનર્ਜੀ ਦੀ ਲੋੜ ਹੁੰਦੀ ਹੈ? ਤੁਹਾਨੂੰ ਕੀ ਲੱਗਦਾ, ਮੋਰ એનર્ਜੀ ਜਾਂ ਲੈਸ? ਮੈਂ ਤੁਹਾਨੂੰ ਆਪਸ਼ਨ ਦੇਣਾ, what is answer, more energy or less energy? Chat open है, what do you think? मैं सारे ने गल दसा बड़ी वधिया, जिन्होंने ने मोर लिखे उन्होंने ये सोच के मोर लिखता कि उत्थे एक मोर एनर्जी आंसर लिखा हुआ सीगा, मोर एनर्जी। तो मैं तुहानूं सारिआं नूं एक गल दसां, एक्यूरेट आंसर लैस एनर्जी है।
ਜਿਸ ਟਾਈਮ ਮੈਂ ਬਹਿ ਕੇ ਰੀਡਿੰਗ ਕਰੀ ਸੀ ਨਾ, ਮੈਂ ਮੋਰ એનર્ਜੀ ਆਨਸਰ ਲਾਇਆ ਸੀ ਤੇ ਮੈਂ ਗਲਤ ਹੋ ਗਿਆ ਸੀਗਾ ਜਿਸ ਟਾਈਮ ਮੈਂ ਕੀਤਾ ਸੀਗਾ। ਮੈਂ ਤੁਹਾਨੂੰ ਸੈਟੀਸਫਾਈ ਕਰ ਸਕਦਾ, ਇਹ ਬਹੁਤ ਜ਼ਿਆਦਾ ਲੁਕਿਆ ਹੋਇਆ ਆਨਸਰ ਹੈ। ਕਹਿਣ ਦਾ ਮਤਲਬ ਕੀ ਹੈ ਮੈਂ ਤੁਹਾਨੂੰ ਦੱਸਾਂ, ਦੇਖੋ ਸੁਣੋ, ਆਉਰੇ ਜਿਹਨੇ ਲੈਸ ਲਾਇਆ ਲੈਸ ਐਕੂਰੇਟ ਆਨਸਰ ਹੈ। ਆਉਰੇ ਉਹਨਾਂ ਨੇ ਕੀ ਦਿੱਤਾ, ਓਵਰਵੇਟ ਪੀਪਲ ਐਕਚੁਅਲੀ ਬਰਨ ਆਫ ਮੋਰ એનર્ਜੀ, ਉਹ ਕਰਦੇ ਨੇਗੇ, ਦੇ ਆਲ ਨੀਡ ਮੋਰ એનર્ਜੀ ਟੂ ਜਸਟ ਕੀਪ ਗੋਇੰਗ। ਆਪਾਂ ਨੂੰ ਸਾਰਿਆਂ ਨੂੰ ਲੱਗਿਆ ਵੀ ਉਹਨਾਂ ਨੂੰ ਜ਼ਿਆਦਾ એનર્ਜੀ ਦੀ ਲੋੜ ਹੁੰਦੀ ਹੈ ਕੀਪ ਗੋਇੰਗ ਦੇ ਲਈ, ਪਰ ਆਪਾਂ ਨੂੰ 4 ਲਾਈਨਾਂ ਉੱਪਰ ਇਹ ਦੱਸਦਾ ਸੀ ਕਿ ਜਿਹੜੀ ਗੱਲ ਮੋਟੇ ਲੋਕ ਸੋਚਦੇ ਨੇ ਨਾ, ਉਹ ਤੋਂ ਬਿਲਕੁਲ ਆਪੋਜ਼ਿਟ ਹੁੰਦਾ ਹੈ। ਜਿਹੜੀ ਗੱਲ ਮੋਟੇ ਲੋਕ ਸੋਚਦੇ ਆ ਉਹ ਤੋਂ ਬਿਲਕੁਲ ਆਪੋਜ਼ਿਟ ਹੁੰਦਾ। ਆ ਦੇਖੋ, ਆ ਦਿੱਤਾ ਹੋਇਆ ਉਹਨੇ, ਇਹ ਸੈਵਰਲ ਈਅਰ ਤੋਂ ਸੋਚਦੇ ਤੇ ਐਗਜ਼ੈਕਟ ਆਪੋਜ਼ਿਟ ਇਜ਼ ਇਨ ਫੈਕਟ ਟਰੂ। ਮਤਲਬ ਕੀ ਹੈ ਕਿ ਜੋ ਵੀ ਫੈਕਟ ਉਹ ਸੋਚਦੇ ਆ, ਜਿਹੜਾ ਫੈਕਟ ਹੈ ਉਸ ਤੋਂ ਬਿਲਕੁਲ ਉਲਟ ਹੁੰਦਾ ਹੈ। ਪਹਿਲਾਂ ਉਹ ਸੋਚਦੇ ਸੀਗੇ ਕਿ ਸਾਡਾ ਮੈਟਾਬੋਲਿਜ਼ਮ ਹੈ ਜਿਹੜਾ ਸਲੋ ਹੈ, ਬਿਲਕੁਲ ਉਲਟ ਗੱਲ ਨਿਕਲੀ ਨਾ, ਉਹਨਾਂ ਦਾ ਮੈਟਾਬੋਲਿਜ਼ਮ ਕੀ ਨਿਕਲਿਆ, ਫਾਸਟ ਨਿਕਲਿਆ। ਹੁਣ ਉਹ ਪਤਾ ਕੀ ਕਹਿੰਦੇ, ਸਾਨੂੰ ਮੋਰ એનર્ਜੀ ਦੀ ਲੋੜ ਹੈ, ਮੋਰ એનર્ਜੀ ਦੀ ਲੋੜ ਹੈ, ਤਾਂ ਫੈਕਟ ਟਰੂ ਇਹ ਨਿਕਲਿਆ, ਉਹਨਾਂ ਨੂੰ ਲੈਸ એનર્ਜੀ ਦੀ ਲੋੜ ਹੈ, ਉਹਨਾਂ ਨੂੰ ਮੋਰ ਦੀ ਲੋੜ ਹੀ ਨਹੀਂ ਹੈਗੀ। ਸਭ ਤੋਂ ਔਖੇ ਲੈਵਲ ਦਾ ਕੁਐਸਚਨ ਸੀਗਾ ਇਹ, ਇਸ ਤੋਂ ਗੰਦਾ ਕੁਐਸਚਨ ਮੈਂ ਕਦੇ ਨਹੀਂ ਦੇਖਿਆ। ਪਰ ਸੱਚਾਈ ਇਹ ਹੈ ਕਿ ਕਰਨਾ ਪੈਣਾ, ਚਾਹੇ ਚੰਗਾ ਚਾਹੇ ਮਾੜਾ, ਜਿਵੇਂ ਦਾ ਮਰਜ਼ੀ ਹੈ, ਐਗਜ਼ਾਮ ਦੇ ਵਿੱਚ ਆਪਾਂ ਨੂੰ ਫਿਲ ਕਰਨਾ ਪਊਗਾ। ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਾਂ, ਇਹ ਸਭ ਤੋਂ ਔਖਾ ਕੁਐਸਚਨ ਸੀਗਾ ਅੱਜ ਤੱਕ ਦਾ ਮੈਂ ਜੋ ਪੜਾਇਆ। ਟਿਪੀਕਲ ਸੀ, ਹੋਰ ਕੁਛ ਨਹੀਂ ਸੀਗਾ। ਅਗਲੇ ਕੁਐਸਚਨ ਦੇਖਦੇ ਆ, ਅਗਲੇ ਸਾਰੇ ਸੌਖੇ ਆ, ਧਿਆਨ ਨਾਲ ਦੇਖੋ। However, contradict, recent research has shown that a dash problem can be responsible for obesity as some people's, बस उधर तक देख लो, और तक एक recent research हुई, एक recent research हुई, उन्हें ये बिल्कुल शो करता कि डैश प्रॉब्लम करके रिस्पॉन्सिबल है ओबेसिटी दी। पहला वो कहते सी मेटाबॉलिज्म स्लो फास्ट प्रॉब्लम है, उस तो बाद वो कहते जीन्स प्रॉब्लम है, जीन करके। पर उस तो बाद एक रीसेंट रिसर्च हुई, वो कहते भी आ चीज रिस्पॉन्सिबल है बंदे दे मोटा होने ते पतले होने दे, ये चीज प्रॉब्लम है। लग रहा है तुहानू पता? युवराज की कहना है, बोलो की आंसर लग रहा है? सर जेनेटिक ना, जेनेटिक नहीं। सुनो मैं दस देना, पहला उन्होंने मैटाबोलिज्म ਨੂੰ कहता, फिर उन्होंने जीन्स ਨੂੰ कहता भी जेनेटिक ने। जेनेटिक तो बाद एक रिसर्च हुई, ਉਹਦੇ ਚ ਕੀ ਚੀਜ਼ ਸ਼ੋ ਹੋਈ ਵੀ ਕਿਹੜੀ ਚੀਜ਼ ਰਿਸਪੌਂਸਿਬਲ ਹੈ ਬੰਦੇ ਮੋਟੇ ਪਤਲਿਆਂ ਦੀ। ਆਜੋ ਇੱਧਰ ਦਿਖਾਉਣਾ, ਮੈਂ ਰਿਸਰਚ ਦਿਖਾਉਣਾ। ਕਹਿੰਦੇ ਮਾਈਨਰ ਹੈ ਤਾਂ जेनेटिक ਤਾਂ ਮਾਈਨਰ ਹੈ। ਉਹ ਕਹਿੰਦੇ ਜਿਹੜਾ weight and are responsible for things such as how much we eat, ਅਸੀਂ ਕਿੰਨਾ ਖਾਂਦੇ ਆ, ਅਸੀਂ ਕਿੰਨਾ ਖਾਂਦੇ ਆ, ਇਹ ਚੀਜ਼ ਰਿਸਪੌਂਸਿਬਲ ਹੈ। ਇੱਕ ਨਵੀਂ ਰਿਸਰਚ ਨੇ ਇਹ ਗੱਲ ਕਲੀਅਰ ਕਰਤੀ ਕਿ ਅਸੀਂ ਕਿੰਨਾ ਖਾਂਦੇ ਆ, ਇਹ ਚੀਜ਼ ਰਿਸਪੌਂਸਿਬਲ ਹੈ ਬੰਦਿਆਂ ਦੇ ਮੋਟੇ ਹੋਣ ਤੇ। ਅਸੀਂ ਕਿੰਨਾ ਖਾਂਦੇ, ਹੁਣ ਖਾਣ ਨੂੰ ਕੀ ਕਹਿੰਦੇ ਨੇ, ਈਟ, ਪਰ ਉਧਰ ਈਟ ਨਹੀਂ ਮਿਲਦਾ। ਤੁਸੀਂ ਜਿਹਨੇ ਆਨਸਰ ਲੱਭ ਲਿਆ, ਈਟ ਦਾ ਸਿਨੋਨਿਮ ਜੇ ਕਿਸੇ ਨੇ ਲੱਭ ਲਿਆ, ਉਹਦਾ ਪੇਪਰ ਕਲੀਅਰ ਹੈਗਾ। ਦੇਖਿਓ ਈਟ ਦਾ ਸਿਨੋਨਿਮ ਕੀ ਹੈ, ਵਾਟ ਡੂ ਯੂ ਥਿੰਕ? ਆ ਲੋ, ਈਟ ਦਾ ਸਿਨੋਨਿਮ ਕੱਢਿਓ ਕੀ ਹੈ? ਲੱਗਿਆ ਪਤਾ? ਈਟ ਦਾ ਸਿਨੋਨਿਮ ਜੇ ਤੁਹਾਨੂੰ ਲੱਗਦਾ ਹੈ, ਦੇਖੋ ਆਪਣਾ ਆਨਸਰ ਮੈਟਾਬੋਲਿਜ਼ਮ ਨਿਕਲ ਗਿਆ, ਆਪਣਾ ਆਨਸਰ ਲੈਸ ਨਿਕਲ ਗਿਆ। ਈਟ ਦਾ ਸਿਨੋਨਿਮ ਵੇਟ ਹੋ ਨਹੀਂ ਸਕਦਾ, ਮਾਈਂਡ ਵੀ ਨਹੀਂ ਹੋ ਸਕਦਾ, ਬਿਹੇਵੀਅਰ ਵੀ ਨਹੀਂ ਹੋ ਸਕਦਾ। ਯੂਜ਼ ਫਿਜ਼ੀਕਲ ਮੋਰ ਬੋਡੀਜ਼ ਐਕਸਰਸਾਈਜ਼, ਇਹਨਾਂ ਚੋਂ ਆਨਸਰ ਹੈ ਈਟ ਦਾ ਸਿਨੋਨਿਮ। ਚੈਟ ਓਪਨ ਹੈ, ਮੈਨੂੰ ਈਟ ਦਾ ਸਿਨੋਨਿਮ ਦੇ ਦਿਓ ਕੀ ਹੈਗਾ। ਚੈਟ ਓਪਨ, ਹਲੋ ਚੈਟ ਓਪਨ। एक्ूरेट आंसर है कंज्यूम, आई रिस्पेक्ट इट। कंज्यूम का मतलब की होता है लेना, किसी चीज को खाना।
ਈਟ ਦਾ ਮਤਲਬ ਇਹ ਹੁੰਦਾ ਕਿਸੇ ਚੀਜ਼ ਨੂੰ ਖਾਣਾ। ਉਹ ਕਹਿੰਦੇ ਵੀ ਬਾਕੀ ਦਾ ਜਿਹੜੀਆਂ ਪ੍ਰੋਬਲਮਸ ਹੈਗੀਆਂ ਸੀ ਪਰ ਇੱਕ ਰੀਸੈਂਟ ਰਿਸਰਚ ਨੇ ਇਹ ਚੀਜ਼ ਸ਼ੋਨ ਕਰਤੀ ਕਿ ਜਿਹੜੀ ਆਪਾਂ ਜਿੰਨਾ ਖਾਂਦੇ ਆ ਉਹ ਇੱਕ ਸਭ ਤੋਂ ਵੱਡੀ ਆਪਾਂ ਨੂੰ ਪ੍ਰੋਬਲਮ ਦਿੰਦਾ ਇਹ। I am really sorry. I apologize. I really apologize. ਰਮਨ ਸ਼ਰਮਾ ਜੀ ਆਪਣੀ ਗਲਤੀ ਮੰਨਦੇ ਨੇ। ਐਕੂਰੇਟ ਆਨਸਰ ਜੈਨੇਟਿਕ ਆ। I am really sorry। ਜਿਹੜਾ ਮੁੰਡਾ ਸੀਗਾ ਉਹਨੇ ਪਹਿਲਾਂ ਐਕੂਰੇਟ ਆਨਸਰ ਸਹੀ ਕੱਢਿਆ। ਕਿਹੜਾ ਸੀ ਉਹ? ਰੀਜ਼ਨ ਕਰਿਓ ਜਿਹੜਾ ਮੁੰਡਾ ਸੀ ਇਹਨੇ ਆਨਸਰ ਦੱਸਿਆ ਸੀ। ਯੈਸ ਯੁਵਰਾਜ। हेलो सर। ਰਮਨ ਸ਼ਰਮਾ ਆਪਣੀ ਗਲਤੀ ਮੰਨਦੇ ਆ ਤੇ ਤੁਸੀਂ ਬਿਲਕੁਲ ਸਹੀ ਹੋ। ਐਕੂਰੇਟ ਆਨਸਰ ਜੈਨੇਟਿਕ ਹੈ ਕਿਉਂਕਿ ਉਹ ਇੱਕ ਰਿਸਰਚ ਕੱਢੀ ਸੀਗੀ। ਥੈਂਕ ਯੂ ਸੋ ਮਚ। ਆਈ ਸੌਰੀ ਬਾਈ ਯੂ। ਠੀਕ ਆ, ਪਰ ਈਟ ਦਾ ਸਿਨੋਨਿਮ ਕੰਜ਼ਿਊਮ ਹੈ ਤੇ ਇਹ ਤੁਹਾਨੂੰ ਅਗਲੇ ਕੁਐਸਚਨ ਚ ਕਲੀਅਰ ਹੋ ਜਾਊਗਾ। ਠੀਕ ਆ, ਕਿਉਂਕਿ ਕੁਐਸਚਨ ਉੱਪਰ ਨੀਚੇ ਹੋ ਗਿਆ। ਪਰ ਬਿਲਕੁਲ ਸਹੀ ਦੱਸਾਂ, ਸੌਰੀ ਫॉर ਦਿਸ, ਮੇਥੋਂ ਗਲਤ ਪੜਾਇਆ ਗਿਆ ਚੀਜ਼ ਨੂੰ। However, ਇੱਕ ਰੀਸੈਂਟ ਰਿਸਰਚ ਨੇ ਸ਼ੋ ਕੀਤਾ that dash problem can be responsible for obesity। ਤਾਂ ਇੱਕ ਰਿਸਰਚ ਹੋਈ ਸੀ ਤਾਂ ਆ ਉਰੇ ਹੋਇਆ, ਉਹਦੀ ਆ ਸੀਗਾ। ਦੇਖੋ ਦੇਖੋ ਓਬੈਸਿਟੀ ਦੀ ਰਿਸਰਚਰਸ ਨੇ ਓਬੈਸਿਟੀ ਦਾ ਦੱਸਿਆ ਸੀ। ਉਹ ਇੱਕ ਜੈਨੇਟਿਸਟ ਪ੍ਰੋਫੈਸਰ ਸੀਗਾ, ਉਹਨੇ ਇਹ ਕਿਹਾ ਸੀ ਕਿ ਜੀਨਸ ਪ੍ਰੋਬਲਮ ਹੈ, ਜੀਨਸ ਰਿਸਪੌਂਸਿਬਲ ਨੇ। ਅਗਰੀ ਨਾ, ਰਿਸਰਚਰ ਦੀ ਰਿਸਰਚ ਹੋ ਗਈ ਉਰੇ, ਬੰਦੇ ਦਾ ਨਾਮ ਆਏਗਾ ਤੇ ਉਹਨੇ ਰਿਸਪੌਂਸਿਬਲ ਕਿਹਨੂੰ ਕਿਹਾ ਸੀ? ਆਪਣੇ ਜੀਨਸ ਨੂੰ। ਤੇ ਜੀਨਸ ਕੀ ਨੇ ਆਪਣੇ? ਦੈਟਸ ਕਾਲਡ ਅ ਜੈਨੇਟਿਕ। ਤਾਂ ਐਕੂਰੇਟ ਆਨਸਰ ਹੈ ਜੈਨੇਟਿਕ ਹੈ। ਮੈਂ ਸਾਰੀ ਕਲਾਸ ਤੋਂ ਮਾਫੀ ਮੰਗਦਾ, ਮੇਥੋਂ ਇੱਕ ਕੁਐਸਚਨ 'ਚ ਗਲਤੀ ਹੋ ਗਈ ਸੀ, ਉੱਪਰ ਨੀਚੇ ਹੋ ਗਿਆ ਸੀ। ਠੀਕ ਹੈ, ਸੌਰੀ ਫॉर ਦਿਸ। ਕਿਤੇ ਕੋਈ ਬੰਦਾ ਕੱਟ ਕੇ ਵੀਡੀਓ ਪਾ ਦੇ, ਡਰ ਬਹੁਤ ਲੱਗਦਾ ਹੈਗਾ ਨਾ। ਤਾਂ ਐਕੂਰੇਟ ਆਨਸਰ ਹੈਗਾ ਦੈਟ ਇਜ਼ ਕਾਲਡ ਜੈਨੇਟਿਕ। ਖੁਸ਼ ਬਾਈ ਤੁਸੀਂ ਠੀਕ ਹੋ? ਤਾਂ ਮੈਂ ਤੁਹਾਨੂੰ ਇੰਨੀ ਗੱਲ ਦੱਸਾਂ ਡੀਅਰ, ਪਹਿਲਾ ਕੁਐਸਚਨ ਆਪਾਂ ਨੇ ਦੇਖਿਆ, ਉਹਨਾਂ ਦਾ ਜਿਹੜਾ ਬਲੇਮ ਕੀਤਾ ਮੈਟਾਬੋਲਿਜ਼ਮ ਨੂੰ। ਠੀਕ ਹੈ, ਮੋਟੇ ਲੋਕ ਕੀ એનર્ਜੀ ਯੂਜ਼ ਕਰਦੇ ਸੀ? ਲੈਸ એનર્ਜੀ ਯੂਜ਼ ਕਰਦੇ ਸੀ। ਇੱਕ ਰੀਸੈਂਟ ਰਿਸਰਚ ਨੇ ਕੀ ਸ਼ੋ ਕਰਤਾ ਕਿ ਇੱਕ ਜੈਨੇਟਿਕ ਪ੍ਰੋਬਲਮ ਹੈ, ਉਹ ਰਿਸਪੌਂਸਿਬਲ ਹੈ। ਹੁਣ ਅਗਲਾ ਕੁਐਸਚਨ ਦੇਖੋ, ਫॉर ਓਬੈਸਿਟੀ ਐਜ਼ ਸਮ ਪੀਪਲ ਸੀਮ ਪ੍ਰੋਗਰਾਮਡ ਟੂ ਡੈਸ਼ ਮੋਰ ਦੈਨ ਅਦਰਸ। ਉਹ ਕਹਿੰਦੇ ਵੀ ਇੱਕ ਚੀਜ਼ ਨੇ ਕੀ ਸ਼ੋ ਕੀਤਾ, ਲੋਕ ਕੀ ਕਹਿੰਦੇ ਨੇਗੇ ਵੀ ਬਾਕੀਆਂ ਨਾਲੋਂ ਉਹ ਕੀ ਚੀਜ਼ ਨੂੰ ਵੱਧ ਕਰਦੇ ਨੇ, ਬਾਕੀਆਂ ਨਾਲੋਂ ਉਹ ਕਿਹੜੀ ਚੀਜ਼ ਨੂੰ ਵੱਧ ਕਰਦੇ ਨੇ ਜਿਹਦੇ ਨਾਲ ਮੋਟਾਪਾ ਆਉਂਦਾ ਹੈਗਾ। ਤਾਂ ਡੈਫੀਨਿਟਲੀ ਆਪਣਾ ਆਨਸਰ ਆ ਪਿਆ, ਆ ਰਿਹਾ। ਉਹ ਕਹਿੰਦਾ ਮੇਨ ਰਿਸਪੌਂਸਿਬਲ ਕੀ ਹੈ ਕਿ ਹਾਊ ਮਚ ਵੀ ਈਟ, ਹਾਊ ਮਚ ਵੀ ਈਟ, ਕਿਉਂਕਿ ਮੈਨੀ ਪੀਪਲ ਨੇ ਪ੍ਰੋਬੇਬਲੀ ਇਹ ਕਹਿੰਦਾ ਵੀ ਜੈਨੇਟਿਕ ਇੱਕ ਮਾਈਨਰ ਹੈ ਤੇ ਜਿਹੜਾ weight ਵੱਧ ਹੈਗਾ ਉਹ ਅਸੀਂ ਕਿੰਨਾ ਖਾਂਦੇ ਆ। ਤੇ ਈਟ ਦਾ ਸਿਨੋਨਿਮ ਸਾਰਿਆਂ ਨੂੰ ਪਤਾ ਸੀਗਾ, ਦੈਟ ਇਜ਼ ਕਾਲਡ ਅ ਕੰਜ਼ਿਊਮ। ਐਕੂਰੇਟ ਈਟ ਦਾ ਸਿਨੋਨਿਮ ਹੈ ਜਿਹੜਾ ਉਹ ਕੰਜ਼ਿਊਮ ਆਏਗਾ, ਉਹ ਇੱਥੇ। ਸਮ ਪੀਪਲ ਸੀਮ ਪ੍ਰੋਗਰਾਮ ਟੂ ਕੰਜ਼ਿਊਮ ਮੋਰ ਦੈਨ ਅਦਰਸ, ਉਹ ਦੂਜਿਆਂ ਤੋਂ ਵੱਧ ਖਾਂਦੇ ਆ। ਲਾਸਟ ਕੁਐਸਚਨ ਹੈ, ਜੇ ਕਿਸੇ ਨੇ ਇਹਦਾ ਜਵਾਬ ਦਿੱਤਾ ਮੇਰੇ ਵੱਲੋਂ ਕੁਛ ਨਾ ਕੁਛ ਦੇਵਾਂਗਾ ਮੈਂ, ਚਾਹੇ ਕੁਛ ਵੀ ਦੇਵਾਂ ਪਰ ਦੇਵਾਂਗਾ। फाइंड कर लियो, मैं मन जूंगा। जिन्हें जिन्हें आंसर दिता, देखो यार तुसी किहड़ा पैसे दे भुखे हो, ठीक है। मैं दुआ देऊंगा ते दुआवां पैसे तो वड्डियां हुंदियां ने, ते लास्ट वाला आंसर लभ के दे दो, इस तो बाद कुछ नहीं चाहिए मैनूं, ठीक है। आओ देखिए लास्ट क्वेश्चन। द न्यू रिसर्च points to shift from trying to change people's dash to seeking an answer to the problem in the laboratory। वो कहता मोटे तो पतला करना है ना जी, ਇਹਦਾ ਜਵਾਬ ਅਸੀਂ ਲੈਬੋਰੇਟਰੀ ਚ ਕੱਢ ਦਾਂਗੇ। ਸਾਇੰਸ ਲੈਬ ਦੇ ਵਿੱਚ ਇਹਦਾ ਜਵਾਬ ਹੈਗਾ, ਅਸੀਂ ਚਾਹੇ ਆਪਰੇਟ ਕਰੀਏ, ਅਸੀਂ ਚਾਹੇ ਕੁਝ ਕਰੀਏ। ਸਾਇੰਸ ਕਹਿੰਦੀ ਹੈ ਅਸੀਂ ਚਾਹੇ ਆਪਰੇਟ ਕਰੀਏ ਚਾਹੇ ਕੁਝ ਕਰੀਏ, ਅਸੀਂ ਮੋਟੇ ਬੰਦੇ ਨੂੰ ਪਤਲਾ ਕਰ ਸਕਦੇ ਹਾਂ, ਪਰ ਅਸੀਂ ਚਾਹੁੰਦੇ ਹਾਂ ਕਿ ਬੰਦੇ ਆਪਣੀਆਂ ਆ ਚੀਜ਼ਾਂ ਸੁਧਾਰ ਲੈਣ, ਉਹ ਆਪੇ ਪਤਲੇ ਹੋ ਜਾਣਗੇ। ਬੰਦੇ ਆ ਚੀਜ਼ਾਂ ਨੂੰ ਸੁਧਾਰ ਲੈਣ, ਉਹ ਆਪੇ ਪਤਲੇ ਹੋ ਜਾਣਗੇ। ਉਹਨਾਂ ਨੂੰ
ਦੇਖਦੇ ਆ ਵੀ ਕਿਹੜੀਆਂ ਚੀਜ਼ਾਂ ਨੂੰ ਸੁਧਾਰਨ ਬੰਦਿਆਂ ਨੂੰ ਕੀ ਕਰਨਾ ਚਾਹੀਦਾ ਹੈ। ਸਾਇੰਸ ਨੇ ਕਿਹਾ ਦ ਨਿਊ ਰਿਸਰਚ ਪੁਆਇੰਟ ਦੈਟ ਕਿ ਫਰੋਮ ਟਰਾਈਂਗ ਚੇਂਜ ਪੀਪਲਸ ਡੈਸ਼, ਲੋਕਾਂ ਦਾ ਕੀ ਬਦਲ ਦੋ, ਟੂ ਸੀਕਿੰਗ ਐਨ ਆਨਸਰ ਨਿਕਲ ਜੂਗਾ। ਪਰ ਜੇ ਆਹ ਪ੍ਰੋਬਲਮ ਨੂੰ ਕਹਿੰਦੇ ਅਸੀਂ ਸੋਲਵ ਕਰਨਾ ਤਾਂ ਅਸੀਂ ਲੈਬੋਰੇਟਰੀ 'ਚ ਵੀ ਇਹਨੂੰ ਸੋਲਵ ਕਰ ਸਕਦੇ ਹਾਂ। ਲੈਬੋਰੇਟਰੀ ਕੀ ਹੁੰਦੀ ਹੈ? ਸਾਇੰਸ ਲੈਬ। ਸਾਇੰਸ ਲੈਬ ਦੇ ਵਿੱਚ ਵੀ ਅਸੀਂ ਇਹਦਾ ਜਵਾਬ ਲੱਭ ਸਕਦੇ ਹਾਂ। ਪਰ ਅਸੀਂ ਚਾਹੁੰਦੇ ਹਾਂ ਚਾਹੁੰਦਾ ਹੈ ਪੰਜਾਬ ਕਿ ਲੋਕਾਂ ਨੂੰ ਆਹ ਚੀਜ਼ ਬਦਲੀ ਜਾਵੇ, ਕਿਉਂਕਿ ਅੱਜ ਕੱਲ੍ਹ ਲੋਕ, ਗਰਮੀ ਬਹੁਤ ਹੈ, ਲੋਕ ਮਿੰਟ 'ਚ ਲੜ ਪਾਉਂਦੇ ਆ, ਕਲੇਸ਼ ਪਾ ਲੈਂਦੇ ਆ, ਗਰਮੈਸ਼ੇ ਬਹੁਤ ਆ ਰਹੀ ਹੈ ਲੋਕਾਂ 'ਚ, ਹੈ ਨਾ। ਤਾਂ ਕਹਿੰਦਾ ਲੋਕਾਂ ਨੂੰ ਆਪਣੀ ਆਹ ਚੀਜ਼ ਬਦਲਣੀ ਚਾਹੀਦੀ ਹੈ, ਮੈਡੀਕਲ ਦੇ ਥਰੂ ਭਾਰ ਨਹੀਂ ਘਟਾਉਣਾ ਚਾਹੀਦਾ। ਲੋਕੇਸ਼ਨ ਦੇਖਿਓ, ਆ ਰਹੀ ਲੋਕੇਸ਼ਨ, क्या बात है, अरे आंसर देखो, कहना देखियो ही इज कॉन्फिडेंट दैट साइंस विल, साइंस की होगी लैबोरेटरी जी गल है, वो कहना वो पूरा कॉन्फिडेंट है कि साइंस है ना विल इवेंचुअली बी एबल टू क्योर सम फॉर्म ऑफ ओबेसिटी। कहता सी ना वो कहना भी असीं मोटापे नूं तां लैबोरेटरी च भी घटा सकते हैं। वो कहना असीं पूरे कॉन्फिडेंट हाँ कि असीं साइंस के थ्रू ओबेसिटी नूं क्योर कर सकते हैं। पर वो ये चाहुंदा सी ना, ਇਹ ਚਾਹੁੰਦਾ ਸੀ ਨਾ ਵੀ ਲੋਕਾਂ ਦੀ ਕਿਹੜੀ ਚੀਜ਼ ਨੂੰ ਬਦਲਿਆ ਜਾਵੇ, ਲੋਕਾਂ ਦੀ ਕਿਹੜੀ ਚੀਜ਼ ਨੂੰ ਬਦਲਿਆ ਜਾਵੇ। ਹੁਣ ਅੱਜ ਦਾ ਆਨਸਰ ਹੋ ਗਿਆ ਲੈਬੋਰੇਟਰੀ ਦੀ ਜਗ੍ਹਾ ਤੇ ਆਪਾਂ ਨੂੰ ਮਿਲ ਗਿਆ ਸਾਇੰਸ, ਕਿਉਰ ਕਰ ਦਾਂਗੇ ਕਿਹਨੂੰ? ਓਬੈਸਿਟੀ ਨੂੰ। ਬਟ the only effective way for the vast majority of overweight and obese people to lose weight is a change of diet and an increase in exercise। ਉਹ ਕਹਿੰਦਾ ਪਰ ਅਸੀਂ ਚਾਹੁੰਦੇ ਆ ਜੇ ਲੋਕ ਆਪਣੀ ਡਾਈਟ ਨੂੰ ਚੇਂਜ ਕਰ ਦੇਣ, ਲੋਕ ਆਪਣੀ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦੇਣ, ਤਾਂ ਉਹ ਆਟੋਮੈਟਿਕਲੀ ਪਤਲੇ ਹੋ ਜਾਣਗੇ, ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ। ਬੜੇ ਲੋਕ ਨੇ ਤੁਹਾਡੇ 'ਚ, ਬੜੀਆਂ ਕੁੜੀਆਂ ਬੈਠੀਆਂ ਨੇ 70-70 80-80 ਕਿਲੋ ਦੀਆਂ ਹੋ ਰਹੀਆਂ ਹੋਣੀਆਂ। ਕਹਿਣ ਦਾ ਮਤਲਬ ਇਹ ਆ ਕਿ ਉਹ ਆਪਣੀ ਡਾਈਟ ਨੂੰ ਚੇਂਜ ਕਰਨ, ਓਵਰਵੇਟ ਦਾ ਇਲਾਜ ਹੈਗਾ। ਆਓ ਆਪਾਂ ਦੇਖੀਏ ਇਹਨਾਂ 'ਚੋਂ ਕਿਹੜਾ ਆਨਸਰ ਤੁਹਾਨੂੰ ਲੱਗਿਆ ਕਿ ਲੋਕਾਂ ਨੂੰ ਕੀ ਚੀਜ਼ ਬਦਲਣੀ ਚਾਹੀਦੀ ਹੈ ਆਪਣੀ। ਮੈਂ ਮੰਨ ਜੂੰਗਾ, ਆਨਸਰ ਕੱਢ ਦਿਓ, 30 ਸੈਕਿੰਡ ਦੇ ਰਿਹਾ, ਆਨਸਰ ਕੱਢ ਦਿਓ ਤੇ ਕੱਟਦਾ ਨੇ ਜਿਹੜੇ ਆ ਗਏ, ਬਸ ਤੁਹਾਡੀ ਹੈਲਪ ਕਰਦਾ ਨਾ। ਮੈਟਾਬੋਲਿਜ਼ਮ ਨਹੀਂ, ਲੈਸ ਨਹੀਂ, ਕੰਜ਼ਿਊਮ ਨਹੀਂ, ਜੈਨੇਟਿਕ ਨਹੀਂ। 30 ਸੈਕਿੰਡ। देखो वेट तो आ नहीं सकता, माइंड भी नहीं आ सकता। हुण जे तुसीं कहो भी एक्सरसाइज हैगा सी नाल तां डाइट भी सीगा, तां लोकां नूं अपने एक्सरसाइज भी नहीं आ सकती, बॉडीज भी नहीं, मोर भी नहीं, फिजिकल भी नहीं, यूज भी नहीं, स्लीप एक्सरसाइज भी नहीं, मैंटल भी नहीं। जे तुहानूं लगदा है कि पीपल नूं आपदा बिहेवियर चेंज करना चाहिए हैगा तां तुसीं राइट हो, होर कोई भी आंसर नहीं। एक्यूरेट आंसर बिहेवियर सी, एक्यूरेट आंसर बिहेवियर हैगा। आई सजेस्ट एवरीवन, जे तुसी चाहुंदे हो, जिन्हें जिन्हें बिहेवियर सोचा सी वो पेपर के लैवल दे ने, बाकी कुछ भी नहीं है। मैनूं नहीं पता तुसी सोचा ना सोचा, चैट ओपन करदा, कल्ले यस वाले जवाब दिओ, कल्ले यस वाले, नो वाले जवाब ना दिओ। मैं देखना चाहुंदा किन्ने लोकां ने यस देखिया सी, जिन्हें कल्ला यस। एक आकाश, माइंड क्यों नहीं हैगा? एक बच्चे ने पूछा, सुनो, माइंड तां नहीं हैगा। लोकेशन ने की कहा, लोकां नूं अपनी डाइट चेंज करनी चाहिए है, एक्सरसाइज वधाउणी चाहिए है। हुण डाइट चेंज करन दा ते एक्सरसाइज नूं करन दा अपने बिहेवियर च फर्क लियाओगे तां ही होगा ना। हुण जे तुसीं कहोगे आपदे माइंड च फर्क लियाओ, माइंड च फर्क नाल नहीं आंसर आऊगा। एक्यूरेट आंसर आएगा बिहेवियर, तुहाडा बिहेवियर किवें दा है।
ਐਕੂਰੇਟ ਆਨਸਰ ਬਿਹੇਵੀਅਰ। ਤੇ ਆਹ ਵਾਲੀਆਂ ਫਿਲ ਇਨ ਦਾ ਬਲੈਂਕ ਨਾ ਜਦੋਂ ਆਉਂਦੀਆਂ ਨੇ ਤਾਂ ਬੱਚੇ ਅਕਸਰ ਗਲਤ ਕਰਕੇ ਆਉਂਦੇ ਨੇ, ਇਹ ਸੱਚਾਈ ਹੈ। ਸੁਣੋ, ਮੈਂ ਇਹ ਸੋਚਦਾ ਪਹਿਲੇ ਦਾ ਆਨਸਰ ਮੈਟਾਬੋਲਿਜ਼ਮ ਸੀ, ਆਮ ਮਿਲ ਗਿਆ, ਬੜਾ ਨਾਰਮਲ ਮਿਲ ਗਿਆ, ਕਿਤੇ ਜਾਣ ਦੀ ਲੋੜ ਵੀ ਨਹੀਂ ਪਈ। ਦੂਜੇ ਓਵਰਵੇਟ ਸੀ, ਉਹ ਕਹਿੰਦੇ ਮੋਰ એનર્ਜੀ ਹੈ, ਇੱਥੇ ਲੈਸ ਕਿਉਂ ਆਇਆ ਸੀ? ਕਿਉਂਕਿ ਉਹਨਾਂ ਨੇ ਕਹਿੰਦਾ ਵੀ ਓਪੋਜ਼ਿਟ ਸੋਚਦੇ ਨੇ। ਹਾਊਐਵਰ ਰੀਸੈਂਟ ਰਿਸਰਚ ਨੇ ਤਾਂ ਕਲੀਅਰ ਕਰਤਾ ਵੀ ਜੈਨੇਟਿਕ ਪ੍ਰੋਬਲਮ ਹੈ ਬਾਈ ਜੀ, ਜੀਨਸ ਦਾ ਫਰਕ ਹੈਗਾ। ਪਰ ਕੁਝ ਲੋਕ ਇਹ ਕਹਿੰਦੇ ਸੀ ਵੀ ਜਿਹੜਾ ਇਹ ਪ੍ਰੋਗਰਾਮ ਹੈ ਜਿੰਨਾ ਕੰਜ਼ਿਊਮ ਕਰਦੇ ਨੇ ਦੂਜਿਆਂ ਨਾਲੋਂ ਉਹ ਤਾਂ ਮੋਟੇ ਹੁੰਦੇ ਨੇ। ਇੱਕ ਰਿਸਰਚ ਨੇ ਸ਼ਿਫਟ ਕਰਤਾ ਕਿ ਲੋਕਾਂ ਦਾ ਬਿਹੇਵੀਅਰ ਚੇਂਜ ਕਰ ਦਿਓ, ਅਦਰਵਾਈਜ਼ ਲੈਬੋਰਟਰੀ ਦੇ ਵਿੱਚ ਤਾਂ ਅਸੀਂ ਚੇਂਜ ਕਰੇ ਦੇਵਾਂਗੇ। ਤਾਂ ਮੈਂ ਹਮੇਸ਼ਾ ਇੱਕ ਚੀਜ਼ 'ਤੇ ਯਕੀਨ ਕਰਦਾ, ਤੁਹਾਨੂੰ ਇਹ ਪਤਾ ਹੋਵੇ ਕਿ ਐਵੇਂ ਦੀਆਂ ਫਿਲ ਇਨ ਦਾ ਬਲੈਂਕਸ ਨੂੰ ਕਿਸ ਲੈਵਲ ਤੇ ਕਰਨਾ ਹੈ। ਤੁੱਕਾ ਮਾਰ ਕੇ ਜੋ ਮਰਜ਼ੀ ਕਰੀ ਚਲੋ, ਪਰ ਸਭ ਤੋਂ ਬੈਸਟ ਤਰੀਕੇ ਨਾਲ ਇਹ ਨੇ, ਤੇ ਇਹ ਸਭ ਤੋਂ ਟਫੈਸਟ ਪਾਰਟ ਹੈਗਾ, ਇਸ ਤੋਂ ਟਫ ਪੇਪਰ 'ਚ ਆਉਂਦਾ ਨਹੀਂ ਹੈਗਾ।